ਹੈਲੋ ਸਟੂਡੈਂਟਸ, ਅੱਜ ਦਾ ਜੋ ਟੌਪਿਕ ਹੈਗਾ ਆ ਉਹ ਹੈਗੇ ਆ ਥਿਊਰਮ ਆਫ ਪਰਪੈਂਡੀਕੂਲਰ ਐਕਸਿਸ ਐਂਡ ਥਿਊਰਮ ਆਫ ਪੈਰਲਲ ਐਕਸਿਸ। ਠੀਕ ਹੈ ਜੀ, ਇਹ ਦੋਨੋਂ ਥਿਊਰਮਾਂ ਦਾ ਇਸਤੇਮਾਲ ਹੋਣਾ ਹੈ ਨਿਊਮੈਰੀਕਲਸ ਦੇ ਵਿੱਚ। ਅਸੀਂ ਚੈਪਟਰ ਕਰ ਰਹੇ ਸੀਗੇ ਮੂਵਮੈਂਟ ਆਫ ਇਨਰਸ਼ੀਆ, ਅਤੇ ਮੂਵਮੈਂਟ ਆਫ ਇਨਰਸ਼ੀਆ ਆਪਾਂ ਕਿਸੇ ਵੀ ਸੈਕਸ਼ਨ ਦੇ ਅਰਾਊਂਡ ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ ਉਹਦੇ ਬਾਰੇ ਆਪਾਂ ਅੱਜ ਦੇਖਾਂਗੇ। ਠੀਕ ਹੈ ਜੀ, ਸੋ ਸਟਾਰਟ ਕਰਦੇ ਹਾਂ ਆਪਾਂ ਥਿਊਰਮ ਆਫ ਪਰਪੈਂਡੀਕੂਲਰ ਐਕਸਿਸ। ਇਹ ਕੀ ਕਹਿੰਦਾ ਪਿਆ ਹੈ? ਦ ਥਿਊਰਮ ਸਟੇਟਸ ਦੈਟ ਦ ਮੂਵਮੈਂਟ ਆਫ ਇਨਰਸ਼ੀਆ ਆਫ ਐਨੀ ਫਿਗਰ ਅਬਾਊਟ ਦ ਐਕਸਿਸ perpendicular to two mutually perpendicular axes is equal to the sum of the moment of inertia about these two axes. So ਕੀ ਕਹਿ ਰਿਹਾ ਆ ਕਿ ਪਹਿਲਾਂ ਤਾਂ ਇਹਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹਦਾ ਕੀ ਮਤਲਬ ਹੈਗਾ ਮਿਊਚੁਅਲੀ ਪਰਪੈਂਡੀਕੂਲਰ ਐਕਸਿਸ। ਠੀਕ ਹੈ ਜੀ, ਐਕਸਿਸ ਕਿਹੜੀਆਂ ਹੁੰਦੀਆਂ ਆ? ਐਕਸਿਸ ਆਪਾਂ ਪੜ੍ਹੀਆਂ ਹੋਈਆਂ ਐਕਸ, ਵਾਈ ਅਤੇ ਜ਼ੈਡ। ਹੁਣ ਜਿਹੜੀਆਂ ਐਕਸ, ਵਾਈ, ਜ਼ੈਡ ਜਿਹੜੀਆਂ ਐਕਸਿਸ ਹੈਗੀਆਂ ਇਹ ਸਾਰੀਆਂ ਕੀ ਆ? ਇਹ ਪਰਪੈਂਡੀਕੂਲਰ ਆ ਇੱਕ ਦੂਜੇ ਦੇ। ਠੀਕ ਹੈ ਜੀ, 90 ਡਿਗਰੀ ਆ ਨਾ, ਪਰਪੈਂਡੀਕੂਲਰ ਆ ਸਾਰੀਆਂ ਇੱਕ ਦੂਜੇ ਦੇ। ਕੀ ਆ? ਪਰਪੈਂਡੀਕੂਲਰ ਆ। ਅਤੇ ਪਰਪੈਂਡੀਕੂਲਰ ਐਕਸਿਸ ਕੀ ਕਹਿੰਦੀ ਪਈ ਆ? ਕਹਿੰਦੇ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਹੈ ਆਫ ਐਨੀ ਫਿਗਰ ਅਬਾਊਟ ਦ ਐਕਸਿਸ ਪਰਪੈਂਡੀਕੂਲਰ ਟੂ ਟੂ ਮਿਊਚੁਅਲੀ ਪਰਪੈਂਡੀਕੂਲਰ ਐਕਸਿਸ। ਕਹਿੰਦਾ ਕੋਈ ਵੀ ਇੱਕ ਐਕਸਿਸ ਆ, ਕੋਈ ਵੀ, ਜੇ ਮੈਂ ਗੱਲ ਕਰਾਂ ਐਕਸ ਐਕਸਿਸ ਆ, ਉਹ ਇਹ ਜਿਹੜੀ ਐਕਸ ਐਕਸਿਸ ਆ ਉਹਦੇ ਅਬਾਊਟ ਜੇ ਮੈਂ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਆਊਟ ਕਰਦਾ ਹਾਂ। ਠੀਕ ਹੈ ਜੀ, ਉਹ ਕੀ ਕਹਿੰਦਾ? ਹੁਣ ਜਿਹੜੀ ਐਕਸਿਸ ਆ ਉਹ ਕੀ ਆ? ਉਹ ਦੋ ਜਿਹੜੀਆਂ ਐਕਸਿਸ ਆ ਵਾਈ ਅਤੇ ਜ਼ੈਡ, ਉਹਨਾਂ ਦੇ ਕੀ ਆ? ਮਿਊਚੁਅਲੀ ਪਰਪੈਂਡੀਕੂਲਰ ਆ। ਠੀਕ ਹੈ ਜੀ, 90 ਡਿਗਰੀ ਹੀ ਇਹਦੇ ਨਾਲ ਬਣਾ ਰਹੀ ਆ, ਅਤੇ ਜੇ ਮੈਂ ਉਸ ਤਰੀਕੇ ਨਾਲ ਦੇਖਾਂ ਤਾਂ 90 ਡਿਗਰੀ ਹੀ ਐਕਸ ਨਾਲ ਬਣਾ ਰਹੀ ਆ। ਠੀਕ ਹੈ ਨਾ, ਸਾਰੀਆਂ ਇੱਕ ਦੂਜੇ ਦੇ ਪਰਪੈਂਡੀਕੂਲਰ ਆ ਐਕਸਿਸ। ਠੀਕ ਆ, ਜੇ ਮੈਂ ਇੱਕ ਸਿੰਗਲ ਦੀ ਗੱਲ ਕਰਾਂ, ਐਕਸ ਐਕਸਿਸ ਦੀ ਗੱਲ ਕਰਾਂ, ਉਹਦੀ ਮਿਊਚੁਅਲੀ ਪਰਪੈਂਡੀਕੂਲਰ ਐਕਸਿਸ ਕਿਹੜੀਆਂ ਹੋ ਗਈਆਂ? ਜ਼ੈਡ ਅਤੇ ਵਾਈ। ਠੀਕ ਆ, ਅਤੇ ਥਿਊਰਮ ਆਫ ਪਰਪੈਂਡੀਕੂਲਰ ਐਕਸਿਸ ਕੀ ਕਹਿੰਦਾ ਪਿਆ ਹੈ ਕਿ ਜੇ ਮੈਂ ਐਕਸ ਐਕਸਿਸ ਦੀ ਗੱਲ ਕਰਦਾ ਪਿਆ ਤਾਂ ਉਹਦੇ ਅਬਾਊਟ ਜੇ ਮੈਂ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਆਊਟ ਕਰਦਾ ਪਿਆ ਤਾਂ ਉਹ ਕਿਹਦੇ ਬਰਾਬਰ ਆ? ਸਮ ਆਫ ਦਾ ਮੂਵਮੈਂਟ ਆਫ ਇਨਰਸ਼ੀਆ ਅਬਾਊਟ ਦਾ ਟੂ ਐਕਸਿਸ ਜਿਹੜੀਆਂ ਉਹਦੀ ਪਰਪੈਂਡੀਕੂਲਰ, ਜਿਹੜੀ ਮਿਊਚੁਅਲੀ ਪਰਪੈਂਡੀਕੂਲਰ ਐਕਸਿਸ ਆ ਉਹਨਾਂ ਦਾ ਕੀ ਆ? ਉਹ ਕਿਹਦੇ ਬਰਾਬਰ ਆ? ਦੋਹਾਂ ਦੇ ਸਮ ਦੇ ਬਰਾਬਰ ਆ। ਮਤਲਬ ਆਈ ਐਕਸ ਐਕਸ ਕਿਹਦੇ ਬਰਾਬਰ ਆ? ਆਈ ਵਾਈ ਵਾਈ ਦੇ ਪਲਸ ਆਈ ਜ਼ੈਡ ਜ਼ੈਡ ਦੇ। ਦੋਨਾਂ ਦਾ ਜੋ ਮੂਵਮੈਂਟ ਆਫ ਇਨਰਸ਼ੀਆ ਹੋਊਗਾ ਉਹ ਦੋਨਾਂ ਦਾ ਜਿਹੜਾ ਸਮ ਆ ਉਹ ਕਿਹਦੇ ਬਰਾਬਰ ਆ? ਆਈ ਐਕਸ ਐਕਸ ਦੇ ਬਰਾਬਰ ਆ। ਇਹ ਕਹਿੰਦਾ ਪਿਆ ਆ। ਠੀਕ ਹੈ ਜੀ, ਠੀਕ ਆ। ਇਹ ਕਿਸੇ ਵੀ ਕੇਸ 'ਚ ਹੋ ਸਕਦਾ ਆ, ਭਾਵੇਂ ਆਪਾਂ ਐਕਸ ਐਕਸਿਸ ਲਈਏ ਇੱਥੇ ਅਤੇ ਉਹਦੇ ਮਿਊਚੁਅਲ ਪਰਪੈਂਡੀਕੂਲਰ ਐਕਸਿਸ ਕਿਹੜੀਆਂ ਸੀਗੀਆਂ? ਵਾਈ ਅਤੇ ਜ਼ੈਡ। ਜੇ ਮੈਂ ਗੱਲ ਕਰਾਂ ਇੱਦਾਂ ਹੀ ਵਾਈ ਐਕਸਿਸ ਦੀ ਗੱਲ ਕਰਾਂ ਅਤੇ ਉਹਦੀ ਮਿਊਚੁਅਲੀ ਪਰਪੈਂਡੀਕੂਲਰ ਐਕਸਿਸ ਕਿਹੜੀਆਂ ਆ? ਜ਼ੈਡ ਅਤੇ ਐਕਸ। ਜੇ ਮੈਂ ਜ਼ੈਡ ਦੀ ਗੱਲ ਕਰਾਂ ਉਹਦੀਆਂ ਮਿਊਚੁਅਲੀ ਪਰਪੈਂਡੀਕੂਲਰ ਐਕਸਿਸ ਕਿਹੜੀਆਂ ਆ? ਐਕਸ ਅਤੇ ਵਾਈ। ਠੀਕ ਹੈ ਜੀ, ਉਹ ਦੋਨਾਂ ਦੇ ਐਡੀਸ਼ਨ ਦੇ ਬਰਾਬਰ ਹੋ ਗਈ ਮੂਵਮੈਂਟ ਆਫ ਇਨਰਸ਼ੀਆ ਜਿਹੜਾ ਹੈਗਾ ਆ। ਠੀਕ ਆ, ਇਹੀ ਕਹਿ ਰਹੀ ਆ ਥਿਊਰਮ ਆਫ ਪਰਪੈਂਡੀਕੂਲਰ ਐਕਸਿਸ। ਠੀਕ ਹੈ ਜੀ, ਇਹਨਾਂ ਨੂੰ ਥਿਊਰਮ ਨੂੰ ਸੋਲਵ ਕਰਨ ਦੀ ਲੋੜ ਨਹੀਂ ਆ, ਬਸ ਸਿੰਪਲ ਇਹਨੂੰ ਸਮਝਣ ਦੀ ਲੋੜ ਆ। ਠੀਕ ਹੈ ਜੀ, ਬਸ ਇਹਨੂੰ ਆਪਾਂ ਸਮਝਣਾ ਹੀ ਆ। ਓਕੇ ਜੀ, ਸੋ ਨੈਕਸਟ ਇਜ਼ ਥਿਊਰਮ ਆਫ ਪੈਰਲਲ ਐਕਸਿਸ। ਥਿਊਰਮ ਆਫ ਪੈਰਲਲ ਐਕਸਿਸ ਕੀ ਕਹਿੰਦੀ ਪਈ ਆ? ਇਟ ਸਟੇਟਸ ਦੈਟ ਦ ਮੂਵਮੈਂਟ ਆਫ ਇਨਰਸ਼ੀਆ ਆਫ ਐਨ ਏਰੀਆ about any axis is equal to the moment of inertia of the area about its own centroid plus product of area and the square of distance between the centroid of the area and the axis about which moment of inertia is required. ਠੀਕ ਹੈ ਜੀ, ਇੱਕ ਡੈਫੀਨੇਸ਼ਨ ਤੁਹਾਨੂੰ ਲੱਗਣੀ ਟਫ ਆ, ਪਰ ਜੇ ਆਪਾਂ ਇਹਨੂੰ ਸਟੈਪ ਬਾਈ ਸਟੈਪ ਸਮਝਾਂਗੇ ਲਾਈਨ ਨੂੰ ਤਾਂ ਇਹ ਤੁਹਾਨੂੰ ਈਜ਼ੀ ਲੱਗੇਗੀ। ਠੀਕ ਹੈ ਜੀ, ਸੋ ਕਹਿੰਦਾ ਕੀ ਪਿਆ ਹੈ ਕਿ ਮੇਰੇ ਕੋਲ ਕੋਈ ਸੈਕਸ਼ਨ ਆ। ਠੀਕ ਆ, ਕੋਈ ਸੈਕਸ਼ਨ ਆ, ਉਸ ਸੈਕਸ਼ਨ ਦਾ ਜੋ ਮੈਂ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਆਊਟ ਕਰਨਾ ਉਹ ਕਿਸੇ ਐਕਸਿਸ ਦੇ ਅਬਾਊਟ ਕਰਨਾ ਹੈ। ਉਹ ਸਪੋਜ਼ ਇਹ ਐਕਸਿਸ ਹੈਗੀ ਹੈ ਏ ਬੀ, ਇਹਦੇ ਅਬਾਊਟ ਮੈਂ ਕੀ ਫਾਈਂਡ ਆਊਟ ਕਰਨਾ ਆ? ਮੂਵਮੈਂਟ ਆਫ ਇਨਰਸ਼ੀਆ ਫਾਈਂਡ ਆਊਟ ਕਰਨਾ ਆ। ਠੀਕ ਹੈ ਜੀ, ਹੁਣ ਉਹ ਕੀ ਕਹਿੰਦਾ ਪਿਆ ਕਿ ਇਹ ਜਿਹੜਾ
पैरेलल एक्सिस वाला की कह रहा है कि जो मूवमेंट ऑफ इनर्शिया आ, ठीक आ, जो आप फाइंड आउट करना आ ਉਹ ਕਿਹਦੇ ਇਕੁਅਲ ਆ, ਜਿੱਦਾਂ ਹੁਣ ਆਈ ਬੀ ਇੱਥੇ ਆਈ ਏ ਬੀ ਕਿਹਦੇ ਇਕੁਅਲ ਆ, ਵਿਚ ਇਜ਼ ਇਕੁਅਲ ਟੂ ਆਈ ਜੀ। ਆਈ ਜੀ ਕੀ ਆ, ਆਈ ਜੀ ਕੀ ਆ, ਤੁਹਾਨੂੰ ਯਾਦ ਹੋਣਾ ਕਿ ਆਪਾਂ ਕਿਸੇ ਸੈਕਸ਼ਨ ਦਾ ਸੈਂਟਰੋਇਡ ਫਾਈਂਡ ਆਊਟ ਕਰਦੇ ਸੀਗੇ, ਠੀਕ ਆ ਜੀ। ਅਤੇ ਆਪਾਂ ਇਹ ਦੇਖਦੇ ਸੀਗੇ ਕਿ ਉਹਦਾ ਜੋ ਮੂਵਮੈਂਟ ਆਫ ਏਰੀਆ ਆ, ਠੀਕ ਆ ਜੀ। ਤਾਂ ਆਪਾਂ ਜਿੱਦਾਂ ਸਪੋਜ਼ ਆਪਾਂ ਤੁਹਾਨੂੰ ਯਾਦ ਹੋਣਾ ਜੋ ਆਪਾਂ ਲਿਆ ਸੀਗਾ, ਇੱਕ ਰੈਕਟੈਂਗਲ ਲਿਆ ਸੀਗਾ। ਰੈਕਟੈਂਗਲ ਦੇ ਵਿੱਚ ਆਪਾਂ ਇੱਕ ਐਕਸਿਸ ਉਹਦੇ ਵਿੱਚੋਂ ਪਾਸ ਔਨ ਕੀਤੀ ਸੀਗੀ, ਠੀਕ ਆ। ਅਤੇ ਮੈਂ ਤੁਹਾਨੂੰ ਕਿਹਾ ਸੀ ਇਹਦਾ ਮੂਵਮੈਂਟ ਆਫ ਇਨਰਸ਼ੀਆ ਕੱਢੋ, ਠੀਕ ਆ। ਤੁਸੀਂ ਮੂਵਮੈਂਟ ਆਫ ਇਨਰਸ਼ੀਆ, ਮੂਵਮੈਂਟ ਆਫ ਏਰੀਆ ਕੱਢੋ। ਤੁਸੀਂ ਮੂਵਮੈਂਟ ਆਫ ਏਰੀਆ ਕਿੱਦਾਂ ਫਾਈਂਡ ਆਊਟ ਕਰਦੇ ਸੀਗੇ ਕਿ ਬੀ ਡੀ ਕਿਊਬ ਅਪੋਨ 12, ਇਸ ਤਰ੍ਹਾਂ ਕੁਛ ਆਪਾਂ ਫਾਈਂਡ ਆਊਟ ਕਰਕੇ ਫਾਰਮੂਲਾ ਬਣਾਉਂਦੇ ਸੀਗੇ, ਜੇ ਤੁਹਾਨੂੰ ਯਾਦ ਹੋਵੇ ਤਾਂ। ਬੀ ਡੀ ਕਿਊਬ ਅਪੋਨ 12, ਬੀ ਸਾਹਮਣੇ ਵਾਲਾ ਏਰੀਆ ਹੁੰਦਾ ਸੀ ਬੀ, ਪਰਪੈਂਡੀਕੂਲਰ ਏਰੀਆ ਹੁੰਦਾ ਸੀ ਡੀ, ਠੀਕ ਆ ਜੀ। ਬੀ ਡੀ ਕਿਊਬ ਅਪੋਨ 12 ਮਤਲਬ ਕਿ ਇਸ ਸੈਕਸ਼ਨ ਦਾ ਆਪਣਾ ਮੂਵਮੈਂਟ ਆਫ ਏਰੀਆ ਹੁੰਦਾ ਸੀਗਾ, ਤੁਹਾਨੂੰ ਯਾਦ ਹੋਵੇ, ਠੀਕ ਆ ਜੀ। ਮੂਵਮੈਂਟ ਆਫ ਏਰੀਆ, ਮੂਵਮੈਂਟ ਆਫ ਇਨਰਸ਼ੀਆ ਆਫ ਦਾ ਏਰੀਆ, ਠੀਕ ਆ ਜੀ। ਉਹਦਾ ਆਪਣੇ ਐਕਸਿਸ ਦੇ ਅਬਾਊਟ ਉਹਦਾ ਮੂਵਮੈਂਟ ਆਫ ਇਨਰਸ਼ੀਆ ਹੁੰਦਾ ਸੀਗਾ, ਮੂਵਮੈਂਟ ਆਫ ਏਰੀਆ ਹੁੰਦਾ ਸੀਗਾ। ਸੋ ਇਹਦੇ ਵਿੱਚ ਆਪਾਂ ਹੁਣ ਕੀ ਕਹਿੰਦਾ ਪਿਆ ਆ ਕਿ ਮੂਵਮੈਂਟ ਆਫ ਇਨਰਸ਼ੀਆ ਆਫ ਦਾ ਏਰੀਆ ਇਜ਼ ਅਬਾਊਟ ਐਨੀ ਐਕਸਿਸ। ਅਬਾਊਟ ਐਨੀ ਐਕਸਿਸ ਦਾ ਮਤਲਬ ਕੀ ਆ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੈਕਸ਼ਨ ਆ, ਸੈਕਸ਼ਨ ਦੇ ਅਬਾਊਟ ਕੀ ਆ, ਏ ਬੀ ਲਾਈਨ ਦੇ ਅਬਾਊਟ ਆਪਾਂ ਇਹਦਾ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਆਊਟ ਕਰਦੇ ਪਏ। ਉਹ ਕਿਹਦੇ ਇਕੁਅਲ ਆ, ਮੂਵਮੈਂਟ ਆਫ ਇਨਰਸ਼ੀਆ ਅਬਾਊਟ ਇਟਸ ਓਨ ਸੈਂਟਰੋਇਡ। ਹੁਣ ਆਹ ਜਿਹੜਾ ਸੈਕਸ਼ਨ ਆ, ਸੈਕਸ਼ਨ ਦਾ ਆਪਣਾ ਸੈਂਟਰੋਇਡ ਕੀ ਹੋਊਗਾ, ਸਪੋਜ਼ ਸੈਂਟਰ ਆ, ਠੀਕ ਆ। ਇਹਦੇ ਵਿੱਚ ਵੀ ਇੱਕ ਐਕਸਿਸ ਫਾਈਂਡ ਆਊਟ ਪਾਸ ਔਨ ਹੋਊਗੀ, ਅਤੇ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਹੋਊਗਾ ਉਹਦੇ ਆਪਣੇ ਐਕਸਿਸ ਦੇ ਅਬਾਊਟ ਆ, ਠੀਕ ਆ ਜੀ। ਉਹਦੇ ਆਪਣੀ ਐਕਸਿਸ ਦੇ ਅਬਾਊਟ ਜੋ ਮੂਵਮੈਂਟ ਆਫ ਇਨਰਸ਼ੀਆ ਹੈ ਉਹ, ਠੀਕ ਆ, ਉਹ ਬਣ ਗਿਆ ਤੁਹਾਡਾ ਆਈ ਜੀ। ਆਈ ਜੀ ਦਾ ਮਤਲਬ ਕਿ ਜੀ ਕੀ ਆ, ਉਹ ਜਿਹੜਾ ਗ੍ਰੈਵਿਟੀ ਪੁਆਇੰਟ ਆ, ਉਹ ਜਿਹੜਾ ਸੈਂਟਰ ਆਫ ਸੈਂਟਰੋਇਡ ਪੁਆਇੰਟ ਆ, ਠੀਕ ਆ, ਉਹਦੇ ਅਬਾਊਟ ਮੂਵਮੈਂਟ ਆਫ ਇਨਰਸ਼ੀਆ, ਠੀਕ ਆ ਜੀ। ਪਲੱਸ ਪ੍ਰੋਡਕਟ ਆਫ ਦਾ, ਪ੍ਰੋਡਕਟ ਕਿਹੜੀ ਚੀਜ਼ ਦਾ ਪ੍ਰੋਡਕਟ ਆ, ਏਰੀਆ ਐਂਡ ਐਚ ਕੀ ਆ, distance between the centroid of the section and the axis AB। ਹੁਣ ਆ ਦੋਹਾਂ ਦੇ ਵਿੱਚ ਕੋਈ ਨਾ ਕੋਈ ਡਿਫਰੈਂਸ ਹੋਊਗਾ, ਕੋਈ ਡਿਸਟੈਂਸ ਹੋਊਗਾ, ਠੀਕ ਆ ਜੀ। ਉਹਨੂੰ ਆਪਾਂ ਕਹਿੰਦੇ ਆ ਐਚ, ਉਹਨੂੰ ਆਪਾਂ ਕੀ ਕਹਿੰਦੇ ਆ ਐਚ, ਠੀਕ ਆ ਜੀ। ਕੀ ਆ, ਸੈਂਟਰੋਇਡ, ਇਹਨੂੰ ਆਪਾਂ ਕਹਿੰਦੇ ਸੈਂਟਰੋਇਡ ਐਕਸਿਸ, ਮਤਲਬ ਸੈਂਟਰੋਇਡ ਪੁਆਇੰਟ, ਸੈਕਸ਼ਨ ਦਾ ਜਿਹੜਾ ਸੈਂਟਰੋਇਡ ਪੁਆਇੰਟ ਦੇ ਵਿੱਚ ਐਕਸਿਸ ਪਾਸ ਔਨ ਹੋ ਰਹੀ ਆ, ਅਤੇ ਇਹ ਜਿਹਦੇ ਅਬਾਊਟ ਆਪਾਂ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਆਊਟ ਕਰਨਾ ਏ ਬੀ, ਠੀਕ ਆ ਜੀ। ਏ ਬੀ ਉਸ ਨੂੰ ਕਹਿੰਦੇ ਪਏ ਆ, ਠੀਕ ਆ। ਸੋ ਇਹ ਦੋਹਾਂ ਦੇ ਵਿੱਚ ਜਿਹੜਾ ਡਿਫਰੈਂਸ ਆ ਉਹਨੂੰ ਆਪਾਂ ਕਹਿੰਦੇ ਪਏ ਆ ਐਚ, ਠੀਕ ਆ। ਸੋ ਕੀ ਕਹਿੰਦਾ ਪਿਆ, ਪਲੱਸ ਪ੍ਰੋਡਕਟ ਆਫ ਦਾ ਏਰੀਆ ਐਂਡ ਦਾ ਸਕੇਅਰ ਆਫ ਦਾ ਡਿਸਟੈਂਸ, ਸਕੇਅਰ ਮਤਲਬ ਇੱਥੇ ਐਚ ਸਕੇਅਰ ਆ, ਠੀਕ ਆ ਜੀ। ਇਸ ਤਰ੍ਹਾਂ ਹੀ ਲੈਣਾ ਹੈ, ਸਕੇਅਰ ਆਫ ਦਾ ਡਿਸਟੈਂਸ ਬਿਟਵੀਨ ਦਾ ਸੈਂਟਰੋਇਡ ਆਫ ਦਾ ਏਰੀਆ, ਬਿਟਵੀਨ ਦਾ ਸੈਂਟਰੋਇਡ ਆਫ ਦਾ ਏਰੀਆ, ਮਤਲਬ ਆ ਕੀ ਆ, ਸੈਂਟਰੋਇਡ, ਠੀਕ ਆ ਜੀ। ਸੈਂਟਰੋਇਡ ਆਫ ਦਾ ਏਰੀਆ, ਸੈਂਟਰੋਇਡਲ ਜੋ ਸੈਂਟਰੋਇਡ ਦੇ ਵਿੱਚੋਂ ਐਕਸਿਸ ਪਾਸ ਹੋ ਰਹੀ ਆ, ਉਹ ਸੈਂਟਰੋਇਡ ਆਫ ਦਾ ਏਰੀਆ ਦਾ ਐਕਸਿਸ ਐਂਡ ਦਾ ਐਕਸਿਸ ਅਬਾਊਟ ਵਿੱਚ ਮੂਵਮੈਂਟ ਆਫ ਇਨਰਸ਼ੀਆ ਇਜ਼ ਰਿਕੁਆਇਰਡ। ਕਿਹਦੇ ਅਬਾਊਟ ਆਪਾਂ ਮੂਵਮੈਂਟ ਆਫ ਇਨਰਸ਼ੀਆ ਕੱਢਦੇ ਪਏ ਆ, ਏ ਬੀ ਦੇ ਅਬਾਊਟ ਕੱਢਦੇ ਪਏ ਆ, ਠੀਕ ਆ ਜੀ। ਇਹ ਦੋਨਾਂ ਦੇ ਵਿੱਚ ਜੋ ਡਿਫਰੈਂਸ ਹੈਗਾ ਆ ਉਹ ਆਪਾਂ ਕੀ ਕਹਿੰਦੇ ਪਏ, ਐਚ, ਠੀਕ ਆ। ਸੋ ਦੋਹਾਂ ਦਾ ਕੀ ਆ, ਪ੍ਰੋਡਕਟ ਆ। ਸੋ ਇਸ ਤਰੀਕੇ ਨਾਲ ਇਹ ਫਾਰਮੂਲਾ, ਇਹ ਐਕਸਿਸ ਆਫ ਪੈਰਲਲ, ਥਿਊਰਮ ਆਫ ਪੈਰਲਲ ਐਕਸਿਸ ਆਪਾਂ ਬਣਾਈ ਆ, ਠੀਕ ਆ ਜੀ। ਸੋ ਇੱਕ ਵਾਰੀ ਨੀਚੇ ਓਵਰਵਿਊ ਕਰ ਲੈਂਦੇ ਹਾਂ ਕੀ ਹੈਗਾ ਆ। ਆਈ ਏ ਬੀ ਕੀ ਸੀਗਾ, ਮੂਵਮੈਂਟ ਆਫ ਇਨਰਸ਼ੀਆ ਆਫ ਦਾ ਗਿਵਨ ਏਰੀਆ ਅਬਾਊਟ ਏ ਬੀ, ਠੀਕ ਆ ਜੀ। ਆਈ ਜੀ ਕੀ ਸੀਗਾ, ਮੂਵਮੈਂਟ ਆਫ ਇਨਰਸ਼ੀਆ ਆਫ ਦਾ ਗਿਵਨ ਏਰੀਆ, ਠੀਕ ਆ ਜੀ। ਮੂਵਮੈਂਟ ਆਫ ਇਨਰਸ਼ੀਆ ਆਫ ਦਾ ਗਿਵਨ ਏਰੀਆ ਅਬਾਊਟ ਇਟਸ ਓਨ ਸੈਂਟਰੋਇਡ, ਠੀਕ ਆ। ਕਿਸੇ ਸੈਕਸ਼ਨ ਦੇ ਵਿੱਚੋਂ ਜੇ ਕੋਈ ਐਕਸਿਸ ਪਾਸ ਔਨ ਹੋ ਰਹੀ ਆ, ਉਸ ਨੂੰ ਆਪਾਂ ਆਈ ਜੀ ਹੀ ਕਾਊਂਟ ਕਰਨਾ ਆ, ਆਈ ਜੀ, ਠੀਕ ਆ। ਉਹ ਆਈ ਜੀ ਫਾਈਂਡ ਆਊਟ ਕਰਨਾ ਆਪਾਂ ਹਮੇਸ਼ਾ, ਭਾਵੇਂ ਉਹ ਸੈਕਸ਼ਨ ਟ੍ਰਾਇੰਗਲ ਹੋਵੇ, ਭਾਵੇਂ ਉਹ ਰੈਕਟੈਂਗਲ ਹੋਵੇ, ਜਿਹੜਾ ਮਰਜ਼ੀ ਹੋਵੇ, ਜੇ ਉਹਦੇ ਵਿੱਚੋਂ ਉਹਦੇ ਸੈਂਟਰੋਇਡ ਦੇ ਵਿੱਚੋਂ ਐਕਸਿਸ ਪਾਸ ਔਨ ਹੋ ਰਹੀ ਆ ਤਾਂ ਉਹਨੂੰ ਆਪਾਂ ਆਈ ਜੀ ਨਾਲ ਡਿਨੋਟ ਕਰਨਾ, ਆਈ ਜੀ, ਠੀਕ ਆ ਜੀ। ਆਈ ਜੀ ਦਾ ਮਤਲਬ ਕਿ ਮੂਵਮੈਂਟ ਆਫ ਇਨਰਸ਼ੀਆ ਆਫ ਦਾ ਗਿਵਨ ਏਰੀਆ ਅਬਾਊਟ ਇਟਸ ਓਨ ਸੈਂਟਰੋਇਡ, ਠੀਕ ਆ। ਹਮੇਸ਼ਾ ਯਾਦ ਰੱਖਣਾ ਕਿ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਆ ਉਹ
ਹਮੇਸ਼ਾ ਐਕਸਿਸ ਦੇ ਅਬਾਊਟ ਹੀ ਆਪਾਂ ਫਾਈਂਡ ਆਊਟ ਕਰਦੇ ਹਾਂ। ਠੀਕ ਹੈ, ਇੱਥੇ ਦੋ ਹੁਣ ਮੂਵਮੈਂਟ ਆਫ ਇਨਰਸ਼ੀਆ ਬਣਦੇ ਪਿਆ, ਆਈ ਜੀ ਬਣਦਾ ਪਿਆ, ਉਹ ਉਹਦੇ ਐਕਸਿਸ, ਉਹਦੇ ਸੈਂਟਰੋਇਡਲ ਐਕਸਿਸ, ਜੋ ਸੈਂਟਰੋਇਡ ਦੇ ਵਿੱਚ ਐਕਸਿਸ ਪਾਸ ਆਨ ਹੋ ਰਹੀ ਆ, ਉਹਦੇ ਅਬਾਊਟ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਆ ਉਹ ਅਲੱਗ ਚੀਜ਼ ਆ। ਠੀਕ ਹੈ ਜੀ, ਜਿਹੜਾ ਆਈ ਏ ਬੀ ਆ, ਇਹ ਕੀ ਹੈ, ਕੋਈ ਆਊਟਸਾਈਡ ਵਿੱਚ ਕੋਈ ਐਕਸਿਸ ਆ, ਉਹਦੇ ਅਬਾਊਟ ਆਪਾਂ ਉਸ ਸੈਕਸ਼ਨ ਦਾ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਆਊਟ ਕਰਦੇ ਪਏ ਆ। ਠੀਕ ਹੈ ਜੀ, ਸੋ ਸਾਡਾ ਜਿਹੜਾ ਮੇਜਰ ਫੋਕਸ ਹੈਗਾ ਉਹ ਆਈ ਏ ਬੀ ਫਾਈਂਡ ਆਊਟ ਕਰਦੇ, ਮਤਲਬ ਕੋਈ ਵੀ ਆਊਟਰ ਐਕਸਿਸ ਦੇ ਅਬਾਊਟ ਜੋ ਆਪਾਂ ਮੂਵਮੈਂਟ ਆਫ ਏਰੀਆ ਫਾਈਂਡ ਆਊਟ ਕਰਦੇ ਪਏ ਉਹਦੇ ਅਬਾਊਟ ਆ। ਠੀਕ ਆ, ਸੋ ਆਈ ਏ ਕੀ ਆ, ਏਰੀਆ ਆਫ ਦਾ ਸੈਕਸ਼ਨ, ਕੋਈ ਵੀ ਸੈਕਸ਼ਨ ਆ ਜਿੱਦਾਂ ਰੈਕਟੈਂਗਲ ਆ ਤਾਂ ਉਹ ਬਣ ਜਾਣਾ ਤੁਹਾਡਾ ਏਰੀਆ ਉਹਦਾ, ਅਤੇ ਜੇ ਟਰਾਇੰਗਲ ਆ ਤਾਂ ਉਹਦਾ ਏਰੀਆ ਵੱਖਰਾ ਬਣ ਜਾਣਾ। ਠੀਕ ਆ ਜੀ, ਸੋ ਦੇਖਣਾ ਕਿਹੜਾ ਸੈਕਸ਼ਨ ਆ। ਸੋ ਐਚ ਕੀ ਹੈ, ਡਿਸਟੈਂਸ ਬਿਟਵੀਨ ਦਾ ਸੈਂਟਰੋਇਡਲ ਐਕਸਿਸ, ਜੋ ਸੈਂਟਰੋਇਡਲ ਐਕਸਿਸ ਦਾ ਮੂਵਮੈਂਟ ਆਫ ਇਨਰਸ਼ੀਆ ਆਪਾਂ ਅਬਾਊਟ ਲਿਆ ਉਹ, ਤਾਂ ਉਹ ਜਿਹੜਾ ਏ ਬੀ ਜਿਹੜੀ ਆਊਟਰ ਐਕਸਿਸ ਆ ਉਹਦੇ ਦਾ ਜੋ ਡਿਫਰੈਂਸ ਆ, ਠੀਕ ਆ, ਉਹ ਐਚ ਆ। ਠੀਕ ਹੈ ਜੀ, ਸੋ ਇਸ ਤਰੀਕੇ ਦੇ ਨਾਲ ਆਪਾਂ ਇਹ ਥਿਊਰਮ ਆਫ ਪੈਰਲਲ ਐਕਸਿਸ ਬਣਾਈ ਆ। ਠੀਕ ਆ, ਸੋ ਇਹੀ ਦੋ ਐਕਸਿਸ ਦਾ ਆਪਾਂ ਇਸਤੇਮਾਲ ਕਰਕੇ ਆਪਾਂ ਨੂਮੈਰੀਕਲ ਸੋਲਵ ਕਰਨਾ ਆ। ਠੀਕ ਆ ਜੀ, ਸੋ ਆ ਜਿਹੜਾ ਡਾਇਗਰਾਮ ਆ, ਜੇ ਤੁਹਾਨੂੰ ਪੇਪਰ ਦੇ ਵਿੱਚ ਆਉਂਦਾ ਹੈ ਤਾਂ ਤੁਸੀਂ ਇਹ ਡਾਇਗਰਾਮ ਵੀ ਨਾਲ ਬਣਾਉਣਾ ਆ। ਠੀਕ ਹੈ ਜੀ, ਡਾਇਗਰਾਮ ਦੇ ਥਰੂ ਤੁਸੀਂ ਇਹਨੂੰ ਐਕਸਪਲੇਨ ਕਰ ਸਕਦੇ ਹੋ ਜੋ ਤੁਹਾਡੀ ਥਿਊਰਮ ਆਫ ਪੈਰਲਲ ਐਕਸਿਸ ਆ। ਠੀਕ ਹੈ ਜੀ, ਸੋ ਇਹ ਦੋਨੋਂ ਥਿਊਰਮਸ ਨੂੰ ਚੰਗੀ ਤਰ੍ਹਾਂ ਤੁਸੀਂ ਦੇਖ ਲੈਣਾ, ਅਤੇ ਹਾਲੇ ਫਿਲਹਾਲ ਇਹਦਾ ਪ੍ਰੂਫ ਕਰਨ ਦੀ ਲੋੜ ਨਹੀਂ ਹੈਗੀ, ਸਿੰਪਲ ਇਹਨੂੰ ਥਿਊਰਮ ਨੂੰ ਸਮਝੋ, ਕਿਉਂਕਿ ਇਹ ਥਿਊਰਮ ਦੇ ਬੇਸ ਦੇ ਉੱਤੇ ਹੀ ਆਪਾਂ ਅੱਗੇ ਨਿਊਮੈਰੀਕਲ ਫਾਈਂਡ ਆਊਟ ਕਰਨੇ ਆ। ਠੀਕ ਹੈ ਜੀ, ਸੋ ਅਗਲੇ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਆਪਾਂ ਇਹ ਨੂਮੈਰੀਕਲ ਆਪਾਂ ਕਿਸ ਤਰ੍ਹਾਂ ਸੋਲਵ ਕਰ ਸਕਦੇ ਹਾਂ। ਠੀਕ ਆ, ਸੋ ਥੈਂਕ ਯੂ, ਬਾਕੀ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ। ਓਕੇ ਜੀ।